बिस्मिल्लाहिर्रहमानिर्रहीम। अस्सलाम वालेकुम नाज़रीन, आप देख रहे हैं प्रोग्राम पाकिस्तान का शाहीन। जैसा कि आपको पता है, इसमें हम आपकी मुलाकात करवाते हैं पाकिस्तान के शाहीनों की और उन गाज़ियों की जिन्होंने वतन अज़ीज़ की खातर अपने अज़ा की कुर्बानी की, और दूसरा जो वतन अज़ीज़ पर कुर्बान हुए उनकी फैमिलियों से आपकी मुलाकात करवाते हैं। आज भी हम एक शहीद की फैमिली के पास आए हैं। ये सईद शहीद हैं जो वतन अज़ीज़ पर कुर्बान हुए, उनकी वालदा हमारे साथ हैं। तो आइए हम आपकी उनसे मुलाकात करवाते हैं। अस्सलाम वालेकुम बहन जी। वालेकुम सलाम। बहन जी, पहले तो बताइए कि ये सईद शहीद जो हैं कितने क्लासें पढ़े हुए थे? 12। अच्छा, तो जब सईद शहीद ने 12 क्लासें पूरी कर ली, उसके बाद उन्होंने कोई प्रोग्राम करना था कि आगे ज़िंदगी को कैसे बढ़ाएं, कौन सा शोबा इख्तियार करें अमली तौर पर, तो आर्मी में ही क्यों गए? ਉਹ ਲੈਬ ਦੇ ਵਿੱਚ ਲੱਗੇ ਸਨ, ਨਾਲੇ ਤਾਲੀਮ ਜਾਰੀ ਸੀ, ਨਾਲੇ ਲੈਬ ਦੇ ਵਿੱਚ ਕੰਮ ਕਰਦੇ ਸਨ। ਉਹਨਾਂ ਦਾ ਉਦੋਂ ਹੀ ਸ਼ੌਕ ਸੀ ਕਿ ਮੈਂ ਨਾ ਕੋਈ ਆਪਣੇ ਵਤਨ ਵਾਸਤੇ, ਆਪਣੇ ਮੁਲਕ ਵਾਸਤੇ ਕੁਝ ਕਰਾਂ, ਤੇ ਉਹ ਨਾਲ ਹੀ ਬਸ ਅਪਲਾਈ ਕਰਦਾ ਰਿਹਾ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਸੈਦ ਅਲੀ ਤੇਰਾ ਕੀ ਸ਼ੌਕ ਹੈ? ਉਹਨੇ ਕਿਹਾ ਮੇਰਾ ਤੇ ਸ਼ੌਕ ਇਹ ਹੀ ਹੈ ਕਿ ਮੈਂ ਘਰ ਵਾਸਤੇ, ਆਪਣੇ ਵਾਸਤੇ ਸਾਰੀ ਦੁਨੀਆ ਕਰਦੀ, ਮੇਰਾ ਤਾਂ ਦਿਲ ਕਰਦਾ ਕਿ ਮੈਂ ਆਪਣੇ ਵਤਨ ਵਾਸਤੇ ਕੁਝ ਕਰਾਂ। ਤੇ ਮੇਰਾ ਤਾਂ ਦਿਲ ਇਹ ਹੀ ਹੈ ਕਿ ਮੈਂ ਆਰਮੀ ਵਿੱਚ ਜਾਵਾਂ ਤੇ ਮੈਂ ਸ਼ਹਾਦਤ ਦਾ ਮਕਾਮ ਲਾਂ। ਅੱਲਾਹ ਪਾਕ ਮੈਨੂੰ ਸ਼ਹਾਦਤ ਦਾ ਮਕਾਮ ਦੇ, ਤੇ ਅੱਲਾਹ ਪਾਕ ਨੇ ਉਹਨੂੰ ਸ਼ਹਾਦਤ ਦਾ ਮਕਾਮ ਦੇ ਦਿੱਤਾ। ਅੱਲਾਹ ਦਾ ਸ਼ੁਕਰ ਹੈ। अच्छा बहन जी, सईद के अलावा भी आपके बच्चे हैं, बेटे हैं? और ਜੀ 2 ਬੇਟੇ ਤੇ 1 ਬੇਟੀ। ਵੱਡਾ ਬੇਟਾ ਸਈਦ ਜੀ, ਮੁਹੰਮਦ ਸਈਦ ਜਿਹੜਾ ਹੈ ਉਹ ਸ਼ਹੀਦ ਹੋ ਗਿਆ। ਮੁਹੰਮਦ ਵਹੀਦ ਜਿਹੜਾ ਉਹ ਮੇਰੇ ਕੋਲ ਹੈ। तो सईद के हवाले से बताएं कि सईद बचपन में कैसे थे? शरारती थे, खुश मिजाज थे या शर्मीले थे? किस तरह के थे छोटे थे? ਨਹੀਂ, ਉਹ ਬਚਪਨ ਦੇ ਵਿੱਚ ਹੀ ਅੱਜ ਦੀ ਸਾਦਗੀ ਦੇ ਵਿੱਚ ਰਹਿੰਦੇ ਸਨ। ਜਿਸ ਤਰ੍ਹਾਂ ਮੈਂ ਕਹਿਣਾ ਉਸ ਤਰ੍ਹਾਂ ਕਰਨਾ, ਸਕੂਲੋਂ ਆਉਣਾ, ਖਾਣਾ ਖਾਂਦਿਆਂ ਹੋਣਾ ਤੇ ਗੱਲਾਂ ਮਿੱਠੀਆਂ ਮਿੱਠੀਆਂ ਕਰਨੀਆਂ। ਆਕਾ ਸਲਾਤ ਸਲਾਮ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਬਚਪਨ ਕੈਸਾ, ਉਹਨਾਂ ਦੀ ਜਵਾਨੀ ਕੈਸੀ, ਫਿਰ ਉਹਨਾਂ ਨੂੰ ਅੱਲਾਹ ਪਾਕ ਨੇ ਕਿਸ ਤਰ੍ਹਾਂ ਪਿਆਰ ਕੀਤਾ। ਬਸ ਨਾਲੇ ਖਾਣਾ ਖਾਂਦੇ ਰਹੇ ਨੇ, ਨਾਲੇ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੱਸਦੇ ਰਹੇ ਨੇ, ਮਾਂ ਜੀ ਪਰੇਸ਼ਾਨ ਨਹੀਂ ਹੋਣਾ, ਜੈਸੇ ਵੀ ਵਕਤ ਆਏਗਾ ਗੁਜ਼ਰ ਜਾਏਗਾ। ਅੱਲਾਹ ਮੀਆਂ ਨਾਲ ਹੈ, ਗਰੀਬਾਂ ਦੇ ਨਾਲ ਜ਼ਿਆਦਾ ਅੱਲਾਹ ਪਾਕ ਦਾ ਪਿਆਰ ਹੁੰਦਾ ਹੈ। ਤੇ ਅੰਮੀ ਜੀ ਪਰੇਸ਼ਾਨ ਨਹੀਂ ਹੋਣਾ ਕਿਸੇ ਗੱਲ ਤੋਂ, ਅੱਲਾਹ ਸਾਡੇ ਨਾਲ ਹੈ, ਅੱਲਾਹ ਦਾ ਮਹਿਬੂਬ ਸਾਡੇ ਨਾਲ ਹੈ। ਆਕਾ ਸਲਾਤ ਸਲਾਮ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਜਿੰਨੀਆਂ ਵੀ ਮੁਸ਼ਕਿਲਾਂ ਪਰੇਸ਼ਾਨੀਆਂ ਆਈਆਂ, ਉਹਨਾਂ ਸਭ ਕੁਝ ਬਰਦਾਸ਼ਤ ਕੀਤਾ ਸਾਡੇ ਵਾਸਤੇ, ਸਾਨੂੰ ਦੱਸਣ ਵਾਸਤੇ, ਤਾਂ ਕਿ ਮੇਰੀ ਉਮਤ ਦੇ ਲੋਕ ਜਿਹੜੇ ਨੇ ਉਹ ਕੱਲ੍ਹ ਨੂੰ ਪਰੇਸ਼ਾਨ ਨਾ ਹੋਣ। जी नाज़रीन, सुना आपने, पहले भी इस तरह के मिलते जुलते जज्बात आप सुनते होंगे कि ये जो शहीद होते हैं, अल्लाह ने इनको बचपन से ही कोई ऐसी खसलतें दी होती हैं, ये सब के मन मोह लेते हैं, सब के प्यारे होते हैं, इनकी बातें ही दूसरे बच्चों से अलहदा होती हैं। और आपको पता है कि अल्लाह जिसको कबूल करना चाहते हैं उसको 70 दफ़ा रहमत की नज़र से देखते हैं, फिर अल्लाह उनको अपने पास बुलाते हैं। तो यकीनन ये लोग जो सईद शहीद जैसे हैं, जो शहीद होते हैं, तो अल्लाह ताला इन पर राज़ी हो चुका होता है पहले ही, फिर ही उनको इतना बड़ा मकाम अल्लाह अता करते हैं। तो ये इनके वصف अलहदा होते हैं। ये अल्लाह के बरगज़ीदा बंदे, ये बचपन से निराले होते हैं, इनकी शान निराली होती है। अच्छा बहन जी, ये बताइए कि सईद शहीद जब शहीद हुए तो उससे पहले आपको कुछ बातें हों, जो आखिरी बातें वो आपसे करके गया था, कुछ यादें हों? ਪਹਿਲੇ ਵੀ ਉਹ ਬਸ ਪਰੇਸ਼ਾਨ ਹੀ ਕਿਆ ਕਰੂੰ। ਤੇ ਗੱਲ ਤੇ ਕੋਈ ਨਹੀਂ ਕਰਦੇ, ਉਸ ਤਰ੍ਹਾਂ ਰੋਜ਼ਾਨਾ ਰੋਜ਼ ਹੀ 2-3 ਵਾਰੀ ਉਹ ਫੋਨ ਕਰਦੇ ਰਹੇ, ਮੇਰੇ ਨਾਲ ਗੱਲ ਹੁੰਦੀ ਰਹੀ। ਅਗਰ ਮੇਰੇ ਨਾਲ ਨਹੀਂ ਹੋਈ ਤੇ ਉਹਦੇ ਭਾਈ ਨਾਲ ਹੋ ਗਈ, ਉਹਦੀ ਭੈਣ ਨਾਲ ਹੋ ਗਈ, ਉਹਨਾਂ ਨੇ ਮੈਨੂੰ ਦੱਸ ਦਿੱਤਾ। 2-3 ਵਾਰੀ ਤੋਂ ਲਾਜ਼ਮਨ ਫੋਨ ਕਰਦੇ ਰਹੇ ਨੇ। ਤੇ ਇਹੋ ਹੀ ਬਸ ਕਹਿਣਾ ਕਿ ਮਾਂ ਜੀ ਪਰੇਸ਼ਾਨ ਨਹੀਂ ਹੋਣਾ, ਜੋ ਵੀ ਕਰੇਗਾ ਅੱਲਾ ਬਿਹਤਰ ਕਰੇਗਾ, ਪਰੇਸ਼ਾਨ ਨਹੀਂ ਹੋਣਾ, ਬਸ ਮੇਰੇ ਵਾਸਤੇ ਦੁਆ ਕਰਨੀ, ਬਸ ਮੇਰੇ ਵਾਸਤੇ ਦੁਆ ਕਰਨੀ ਹੈ ਕਿ ਅੱਲਾ ਪਾਕ ਮੈਨੂੰ ਕਾਮਯਾਬੀ ਦੇ। ਬਾਕੀ ਉਹਦੇ ਦਿਲੀ ਖਾਸ਼ ਜਿਹੜੀ ਉਹਦਾ ਤਾਂ ਨਹੀਂ ਮੈਨੂੰ ਪਤਾ ਕਿ ਉਹ ਕੀ ਕਹਿਣ ਡਿਆ, ਤੇ ਅੱਲਾਹ ਪਾਕ ਨੇ ਚਲੋ ਉਹਦੀ ਪੂਰੀ ਕਰ ਦਿੱਤੀ ਜੋ ਮੰਗਦਾ ਸੀ ਅੱਲਾਹ ਕੋਲੋਂ। यकीनन ये जो सईद शहीद जैसे लोगों के जज्बात हैं, ये सिर्फ तनख्वाह के लिए इतना कोई अमल कदम नहीं उठा सकता। यकीनन इसके पीछे वजह कुछ और होती है। उन्होंने जो रास्ता इंतखाब किया होता है वो बड़ा अजीम रास्ता है। और जैसे अभी उनकी वालदा बता रही थी कि वो बचपन से ही हमारे नबी करीम सल्लल्लाहु अलैहि वसल्लम की सीरत से बहुत मुतासर था, उस पर छोटे होते ही अमल पैरा था। तो यकीनन
आका मदनी सल्लल्लाहु अलैहि वसल्लम का रास्ता जो है आपको पता है वो सीधा रास्ता है। अल्लाह के बरगज़ीदा बंदों को ही वो नसीब होता है उस रास्ते पर चलना। तो बहन जी ये शहीद जिस मार्के में शहीद हुआ उस हवाले से हमें बताइए कि वो किस तरह शहीद हुए और दुश्मन का कितना नुकसान किया उसने। ਉਹ ਬਾਰਡਰ ਤੇ ਨਾ ਕੰਧ ਬਣਾਉਣ ਡਏ ਸਨ, ਕੋਈ ਕੰਧ ਕੱਢਦੇ ਪਏ ਸਨ ਤੇ ਉਹ 6-7 ਗੱਡੀਆਂ ਸਨ ਨਾਲ, ਉਹ ਅੱਗੇ ਆ ਗਈਆਂ ਸਾਰੀਆਂ ਤੇ ਸੈਦ ਅਲੀ ਜਿਹੜੀ ਗੱਡੀ ਤੇ ਸਨ ਉਹ ਸਾਰਿਆਂ ਤੋਂ ਪਿੱਛੇ ਸੀ। ਇਹ ਗਨ ਫੜੀ ਸੀ ਇਹਨਾਂ ਗਨ ਤੇ ਹੱਥ ਰੱਖਿਆ ਤੇ ਉਹ ਜਿਹੜੇ ਸਰਬਲੰਦ ਜਿਹੜੇ ਸ਼ਹੀਦ ਹੋਏ ਨਾ ਇਹਦੇ ਨਾਲ ਉਹ ਗੱਡੀ ਚਲਾਉਂਦੇ ਪਏ ਸਨ ਤੇ ਅੱਗੂ ਦੁਸ਼ਮਣਾਂ ਨੇ ਵਾਰ ਕੀਤਾ। ਉਹ ਪਿਛਲੀ ਗੱਡੀ ਤੇ ਕਰਦੇ ਨੇ, ਉਹਨਾਂ ਜਦੋਂ ਅਟੈਕ ਕਰਨਾ ਹੁੰਦਾ ਪਿਛਲੀ ਗੱਡੀ ਤੇ ਕਰਦੇ ਆ ਤਾਂ ਕਿ ਅਗਲੀ ਤੇ ਕੀਤਾ ਤੇ ਫਿਰ ਉਹਨਾਂ ਸਾਰਿਆਂ ਸਾਡੇ ਤੇ ਕਰਦੇ ਨੇ ਤੇ ਉਹ ਜਿਹੜੀ ਪਿਛਲੀ ਗੱਡੀ ਸੀ ਉਹਦੇ ਤੇ ਅਟੈਕ ਕੀਤਾ ਤੇ ਸੈਦ ਅਲੀ ਨੇ ਗਨ ਖੋਲੀ ਨਹੀਂ ਖੁੱਲੀ, ਫਿਰ ਸਰਬਲੰਦ ਦੇ ਨਾਲ ਲੱਗ ਗਈ, ਸਰ ਤੇ ਲੱਗੀ। ਉਹਨਾਂ ਨੇ ਉਹ ਗੱਡੀ ਜਿਹੜੀ ਉਹ ਹੋ ਗਈ ਡਿੱਗ ਗਈ। ਉਹਨਾਂ ਨੇ ਸਰਬਲੰਦ ਦੀ ਲੈ ਕੇ ਨਾ ਰਾਈਫਲ ਉਹਨਾਂ ਕੋਲ ਫੜ ਕੇ ਤੇ ਫਿਰ ਉਹਨਾਂ ਦੇ ਮਗਰ ਕੀਤਾ, ਦੁਸ਼ਮਣਾਂ ਦੇ ਮਗਰ ਕੀਤਾ ਹਮਲਾ। ਬਾਕੀ ਪਤਾ ਨਹੀਂ ਉਹਨਾਂ ਦਾ ਨੁਕਸਾਨ ਹੋਇਆ ਜਾਂ ਨਹੀਂ। ਤੇ ਸੈਦ ਅਲੀ ਦੇ ਉਸਤਾਦ ਜਿਹੜੇ ਨੇ ਉਹ ਮਾਸ਼ਾਅੱਲਾ ਸਾਰੇ ਸੈਦ ਅਲੀ ਧਰਾਦੀ ਨੇ ਕਿ ਐਡਾ ਬਹਾਦਰ, ਐਡਾ ਸ਼ੇਰ ਦਿਲ। ਉਹਦੇ ਸਾਹਮਣੇ ਲੱਗੀ, ਉਹਨੂੰ ਸਾਹਮਣੇ ਫੈਰ ਲੱਗਾ, ਫਿਰ ਵੀ ਉਹਨੇ ਮਹਿਸੂਸ ਨਹੀਂ ਕੀਤਾ। ਫਿਰ ਉਸੇ ਹਾਲਤ ਦੇ ਵਿੱਚ ਖੂਨ ਜਾਰੀ ਦੇ ਵਿੱਚ ਜਾ ਕੇ ਤੇ ਉੱਥੋਂ ਸਰਬਲੰਦ ਦੇ ਕੋਲੋਂ ਫੜੀ, ਉਹਨਾਂ ਦੇ ਸਰਬਲੰਦ ਦੀ ਇਹ ਚੀਜ਼ ਤੇ ਲੱਗਾ ਫੈਰ। ਫਿਰ ਉਹਨਾਂ ਫੜ ਕੇ ਉਹ ਰਾਈਫਲ ਤੇ ਫਿਰ ਉਹਨੇ ਮਗਰ ਚਲਾਏ ਨੇ ਤੇ ਉਹਦੇ ਉਸਤਾਦ ਦੱਸਦੇ ਨੇ ਕਿ 10-15 ਫੈਰ ਇਹਨੇ ਕੀਤੇ ਨੇ। ਪਤਾ ਨਹੀਂ ਅੱਗੋਂ ਉਹਨਾਂ ਨਾਲ ਕੁਛ ਬਣਿਆ ਜਾਂ ਨਹੀਂ। ਤੇ ਇਹਦੇ ਨਾਲ ਜਿਹੜੇ ਨਾ ਇੱਕ ਬੰਦਾ ਤੇ ਜਿਹੜਾ ਹੀ ਪੈਰ ਤੇ ਸ਼ਹੀਦ ਹੋ ਗਿਆ ਸਰਬਲੰਦ ਇਹਦਾ ਤੇ ਉਹਦਾ ਇਕੱਠਾ ਹੀ ਉਹਨਾਂ ਜਿਹੜਾ ਜਨਾਜ਼ਾ ਕੀਤਾ ਤੇ ਇੱਕ ਜਿਹੜਾ ਫਿਰ ਉਹਨੂੰ ਹਸਪਤਾਲ ਲੈ ਗਏ ਸੀ, ਪਤਾ ਨਹੀਂ ਉਹਦਾ ਕੀ ਸੂਰਤ ਹਾਲ है। जी नाज़रीन, आपने शहीद की वालदा की बात सुनी, वो कह रहे हैं कि सीने पर गोलियां खाई हैं। मैं एक शहीद के वालिद से मिला तो वो बात बता रहे थे कि मैंने अपने बेटे को कहा था कि बेटा सीने पर गोलियां खानी हैं, तुम्हारी कमर पर गोलियां मुझे नहीं चाहिए। अगर तुम्हारे शहीद होने के बाद मुझे तुम्हारी कमर पर गोलियां नज़र आईं तो मैं तुम्हारी डेड बॉडी वसूल नहीं करूँगा। यानी कि हमारे मुसलमान वालिदैन ये तरबियत दे के भेजते हैं और उनका बेटा वाकई ही शहीद हो गया। तो जब उसके बेटे ने ताबूत वसूल किया सबसे पहले उसने कहा मुझे दिखाओ कि मेरे बेटे ने कहाँ गोलियां खाई हैं, पीठ पर खाई हैं या सीने पर। तो जब देखा तो 21 गोलियां उसके सीने पर लगी थी। फिर शहीद के वालिद ने उनको चूमा, गले लगाया और कहा बेटा तुमने मेरी राय रख ली, तुमने जैसा मैंने कहा था वैसा ही किया है। तो फिर उसके शहीद के वालिद ने उसको बड़े इकराम के साथ दफन किया। तो हमारे जो शहीद हैं वो हमेशा सीने पर ही गोलियां खाते हैं। कमर पर गोलियां, पीठ पर गोलियां बुज़दिलों की निशानी है और भागते लोगों की निशानी है। जो पुश्त करके भाग रहे होते हैं जंग से, उनको पीछे से गोलियां लगती हैं। तो जो मर्दाना वार लड़ते हैं और जब इस तरह की माएँ पीछे हिम्मत वाली हों, शहीद जैसे बेटे फिर जो मर्दी से सीने पर ही गोलियां खाते हैं, यही हमारा इस्लाफ है। अच्छा बहन जी, जब आपको इतला मिली कि सईद शहीद हो गए हैं तो उस वक्त आपके क्या जज्बात थे? अल्लाह का शुक्र अदा किया शहीद की वालदा होने पर आपने?